स्वागत करदा मेरे नाल मौजूद बाई मिंटू गुरुसरिया जी। बाई जी स्वागत है ऑन शुक्रिया जी साਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤਾਂ ਬਾਈ ਸਾਰੇ ਹੀ ਜਿਹੜੇ ਵੀਰ ਭੈਣਾਂ ਵੱਖ-ਵੱਖ ਫੀਲਡਸ ਦੇ ਲੋਕ ਆ ਸਿੰਘੂ ਮੋਰਚੇ ਤੇ ਆਪਣੀ ਜਿਹੜੀ ਆ ਅੱਜ ਅਖਬਾਰ ਦੇਖੀ ਤਾਂ ਇੱਕ ਵੱਡੀ ਖਬਰ ਲੱਗੀ ਹੋਈ ਸੀ ਵੀ ਪੰਜਾਬ ਦੇ ਵਿਅਕਤੀ ਨੇ, ਚਾਹੇ ਉਹ ਪੰਥਕ ਵਿਅਕਤੀ ਹੋਣ, ਚਾਹੇ ਉਹ ਸੈਲੀਬ੍ਰਿਟੀਜ਼ ਹੋਣ, ਸਿੰਗਰ ਹੋਣ, ਐਕਟਰ ਹੋਣ, ਉਹਨਾਂ ਤੇ NIA ਵੱਲੋਂ ਜਿਹੜੇ ਆ ਨੋਟਿਸ ਆਏ ਨੇ। ਕਿਹਾ ਜਾ ਰਿਹਾ ਵੀ ਅਜੀਤ ਡੋਵਾਲ ਦਾ ਕੰਮ ਹੈ ਇਹ। ਕਿਸਾਨ ਜਥੇਬੰਦੀਆਂ ਦੋਸ਼ ਲਾ ਰਹੀਆਂ ਨੇ ਕਿ ਅਜੀਤ ਡੋਵਾਲ ਦੀ ਇਹ ਕਿਤੇ ਨਾ ਕਿਤੇ ਸਾਜ਼ਿਸ਼ ਹੋ ਸਕਦੀ ਆ ਵੀ ਏਜੰਸੀਆਂ ਰਾਹੀਂ ਇਹਨਾਂ ਨੂੰ ਹਰਾਸ਼ ਕੀਤਾ ਜਾਵੇ, ਇਹਨਾਂ ਦੇ ਪਰਿਵਾਰਾਂ ਨੂੰ ਵੀ ਹਰਾਸ਼ ਕੀਤਾ ਜਾਵੇ। ਜਿਵੇਂ ਇੱਕ ਦਿਨ ਪਹਿਲਾਂ ਮਨਦੀਪ ਸਿੱਧੂ ਨੂੰ ਨੋਟਿਸ ਆਉਂਦਾ, ਦੀਪ ਸਿੱਧੂ ਦੇ ਭਰਾ ਨੂੰ, ਤਾਂ ਅਗਲੇ ਦਿਨ ਦੀਪ ਸਿੱਧੂ ਨੂੰ ਆਉਂਦਾ ਵੀ ਹੁਣ ਪਰਿਵਾਰਾਂ ਤੱਕ ਵੀ ਇਹ ਜਿਹੜੀ ਹਵਾ ਪਹੁੰਚ ਚੁੱਕੀ ਹੈ ਸੈਂਟਰ ਵੱਲੋਂ। ਦੇਖੋ ਅਸੀਂ ਪਾਰਟੀਕੂਲਰ ਨਾਂ ਲੈਣ ਦੀ ਥਾਂ ਤੇ ਕਿਉਂ ਨਹੀਂ ਕਹਿੰਦੇ ਕਿ ਸਟੇਟ ਦਾ ਕੰਮ ਹੈ। ਸਟੇਟ ਜਿਸ ਤਰੀਕੇ ਦੀ ਲੜਾਈ ਲੜ ਰਹੀ ਹੈ ਉਹਦੇ ਤੇ ਪੰਜਾਬ ਨੇ ਪਹਿਲਾਂ ਹੀ ਉਜ਼ਰ ਜਤਾਇਆ ਸੀਗਾ, ਚਿੰਤਾ ਜਤਾਈ ਸੀਗੀ। ਤੁਸੀਂ ਇਸ ਚੀਜ਼ ਨੂੰ ਦੇਖੋ ਕਿ ਇਹ ਜਿਹੜਾ ਐਕਟ ਆਇਆ ਸੀਗਾ ਜਿਹਦੇ 'ਚ NIA ਨੂੰ ਬਹੁਤ ਜ਼ਿਆਦਾ ਖੁੱਲ੍ਹ ਮਿਲੀ ਆ, UAPA ਐਕਟ ਹੈ, ਉਹਨੂੰ ਪੜ੍ਹੋ। ਜਦੋਂ ਤੁਸੀਂ ਤਫਸੀਲ ਨਾਲ ਪੜ੍ਹੋਗੇ ਉਹ ਇੰਨਾ ਖਤਰਨਾਕ ਕਾਨੂੰਨ ਹੈ ਕਿ ਤੁਸੀਂ ਸ਼ਾਂਤਮਈ ਢੰਗ ਨਾਲ ਅਲੈਹਦਗੀ ਵੀ ਨਹੀਂ ਮੰਗ ਸਕਦੇ। ਇਹ ਉਸ ਐਕਟ ਦੇ ਵਿੱਚ ਲਿਖਿਆ। ਉੱਥੇ ਕਿਤੇ ਵੀ ਇਹ ਨਹੀਂ ਲਿਖਿਆ ਕਿ ਤੁਸੀਂ ਕਿੱਥੋਂ ਕੁ ਤੱਕ ਬੋਲ ਸਕਦੇ ਹੋ। ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਂ ਤੇ ਤੁਹਾਨੂੰ ਹੋ ਸਕਦਾ ਮੈਨੂੰ ਵੀ ਇੱਥੇ ਬਾਹਰ ਨਿਕਲਦੇ ਨੂੰ ਚੁੱਪ ਲੈਣ ਕਿ ਦੇਸ਼ ਦੀ ਏਕਤਾ ਤੇ ਅਖੰਡਤਾ, ਉਹਦੇ ਤੇ ਸਭ ਤੋਂ ਪਹਿਲਾਂ ਉਜ਼ਰ ਚਿੰਤਾ ਪੰਜਾਬ ਨੇ ਹੀ ਜਤਾਈ ਸੀ, ਕਿਉਂਕਿ ਪੰਜਾਬ ਨੂੰ ਪਤਾ ਸੀਗਾ ਕਿ ਜਦੋਂ ਤੁਹਾਡੇ ਕੋਲ ਪੋਲੀਟੀਕਲ ਸਿਸਟਮ ਐਸਾ ਹੋਵੇ ਤਾਂ ਉਹਦੇ ਵਿੱਚ ਕੁਵਰਤੋਂ ਇਹੋ ਜਿਹੇ ਸਖਤ ਕਾਨੂੰਨਾਂ ਦੀ ਹੋਏਗੀ। ਔਰ ਦੁਖਾਂਤ ਇਸ ਗੱਲ ਦਾ ਕਿ ਉਸੇ ਪੰਜਾਬ ਤੇ ਹੋ ਗਈ, ਬੋਣੀ ਉਸੇ ਪੰਜਾਬ ਤੇ ਹੋ ਗਈ। ਇੱਕਾ ਦੁੱਕਾ ਪਹਿਲਾਂ ਮਾਮਲੇ ਸੀ ਪਰ ਦਰਜਨਾਂ ਮਾਮਲੇ ਤੁਸੀਂ ਦੇਖ ਹੀ ਰਹੇ ਹੋ ਨਾ। ਪਹਿਲਾਂ ਵੀ ਜੇ ਆਪਾਂ ਦੇਖੀਏ ਤਾਂ ਪਿਛਲੇ ਸਾਲ ਦੀ ਗੱਲ ਕਰ ਲਈਏ, ਕੁਝ ਨੌਜਵਾਨਾਂ ਦੇ ਉੱਤੇ ਜਿਹੜਾ ਆ ਯੂਆਪਾ ਲਾਇਆ ਗਿਆ ਸੀਗਾ, ਉਹਨਾਂ ਕੋਲ ਲਿਟਰੇਚਰ ਪੜਿਆ ਗਿਆ। ਉਦੋਂ ਹੀ ਲਹਿਰ ਚੱਲੀ ਸੀ ਨਾ ਪੰਜਾਬ ਦੇ ਵਿੱਚ। ਸੁਖਪਾਲ ਸਿੰਘ ਖਹਿਰਾ ਨੇ, ਡਾਕਟਰ ਧਰਮਵੀਰ ਗਾਂਧੀ ਨੇ ਔਰ ਸਾਡੇ ਮੇਰੇ ਵਰਗੇ ਜਿਹੜੇ ਤੁੱਛ ਬੰਦੇ ਆ, ਇਹਨਾਂ ਨੇ ਵੀ ਉਦੋਂ ਇਹ ਖਦਸ਼ਾ ਜ਼ਾਹਰ ਕੀਤਾ ਸੀਗਾ। ਸੋ ਇਹ ਬਹੁਤ ਮੈਂ ਕਹੂੰਗਾ ਕਿ ਗਲਤ ਗੱਲ ਹੈ। ਦੇਖੋ ਲੜਾਈ ਹੁੰਦੀ ਹੈ ਪ੍ਰਜਾਤੰਤਰ ਦੇ ਵਿੱਚ, ਲੋਕਤੰਤਰ ਦੇ ਵਿੱਚ ਤੁਹਾਡੀਆਂ ਨੀਤੀਆਂ ਦਾ ਵਿਰੋਧ ਹੁੰਦਾ ਹੈ, ਤੁਹਾਡੇ ਲੋਕ ਨਾਰਾਜ਼ ਹੁੰਦੇ ਆ। ਸਰਕਾਰਾਂ ਦਾ ਕੰਮ ਹੁੰਦਾ ਕਿ ਹੱਠੀ ਰਵੱਈਆ ਛੱਡ ਕੇ, ਜ਼ਿੱਦੀ ਰਵੱਈਆ ਛੱਡ ਕੇ ਉਹਨਾਂ ਦੇ ਦੁੱਖ ਸੁਣੇ ਜਾਣ, ਸਮਝੇ ਜਾਣ। ਤੁਸੀਂ ਜ਼ਿੱਦ ਹੀ ਨਹੀਂ ਪਕੜੀ ਹੋਈ, ਫੜੀ ਹੋਈ, ਬਲਕਿ ਤੁਸੀਂ ਜੋ ਲੋਕ ਲੜ ਰਹੇ ਨੇ, ਜੋ ਨੀਤੀਆਂ ਦਾ ਸੰਵਿਧਾਨਕ ਢਾਂਚੇ 'ਚ ਰਹਿ ਕੇ ਵਿਰੋਧ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਸਪਰੈਸ ਕਰ ਰਹੇ ਹੋ। ਔਰ ਜਦੋਂ ਪਬਲਿਕ ਨੂੰ ਸਪਰੈਸ ਕਰਦੇ ਹੋ ਤੁਸੀਂ, ਉਹ ਦੇਸ਼ ਹਿੱਤ ਠੀਕ ਨਹੀਂ ਹੁੰਦੀਆਂ ਚੀਜ਼ਾਂ। ਬਾਈ ਜੇ ਮੈਂ ਗੱਲ ਕਰਾਂ ਤਾਂ ਆਪਾਂ ਦੇਖੀਏ ਵੀ ਨੀਤਸ਼ੇ ਲਿਖਦੇ ਨੇ, ਕਹਿੰਦੇ ਵੀ ਨਾ ਲੋਕਤੰਤਰ ਦੇ ਵਿੱਚ ਨਾ ਸਿਰਫ ਸਿਰ ਗਿਣੇ ਜਾਂਦੇ ਨੇ। ਲੋਕਾਂ ਦੇ ਮਤ ਆਪਾਂ ਕਹਿੰਦੇ ਨੇ ਲੋਕ ਮਤ, ਪਰ ਜਿਹੜੀ ਮਤ ਗਿਣੀ ਨਹੀਂ ਜਾਂਦੀ, ਲੋਕਾਂ ਦੇ ਸਿਰ ਮੈਜੋਰਿਟੀ ਗਿਣੀ ਜਾਂਦੀ ਹੈ। ਮੈਜੋਰਿਟੀ ਨਾਲ ਤਾਂ ਧੱਕਾ ਹੁੰਦਾ ਹੀ ਆਇਆ ਤੇ ਹੋ ਵੀ ਰਿਹਾ ਵੀ ਸਿਰ ਗਿਣੇ ਜਾਂਦੇ ਨੇ ਤੇ ਵੋਟਾਂ ਪੈ ਕੇ ਸਰਕਾਰ ਬਣ ਜਾਂਦੀ ਹੈ। ਕਿਤੇ ਨਾ ਕਿਤੇ ਜਿੱਦਾਂ ਯੂਆਪਾ ਅੱਜ ਆਪਾਂ ਗੱਲ ਕਰ ਰਹੇ ਹਾਂ, ਪਿਛਲੇ ਸਾਲ ਵਿਰੋਧ ਵੀ ਕੀਤਾ ਪੰਜਾਬੀਆਂ ਨੇ, ਉਹ ਯੂਆਪਾ ਹਥਿਆਰ ਦੇ ਤੌਰ ਤੇ ਸਰਕਾਰ ਵਰਤ ਰਹੀ ਹੈ। ਜਦੋਂ ਸਿਰ ਗਿਣੇ ਜਾਂਦੇ ਨੇ, ਸਰਕਾਰ ਬਣ ਜਾਂਦੀ ਹੈ, ਤਾਂ ਫਿਰ ਇਦਾਂ ਦੇ ਹਥਿਆਰ ਤਾਂ ਬਣਨਗੇ। ਦੇਖੋ ਬਹੁਲਤਾਵਾਦ ਖਤਰਨਾਕ ਹੀ ਹੁੰਦੀ ਹੈ। ਜਿਹੜਾ ਸ਼ਬਦ ਤੁਸੀਂ ਇਸਤੇਮਾਲ ਕੀਤਾ, ਬਹੁਲਤਾਵਾਦ ਦਾ ਹੀ ਤਾਂ ਇੱਕ ਸਿੱਟਾ ਹੈ ਨਾ ਕਿ ਅੱਜ ਸਾਡੇ ਦੇਸ਼ ਦੇ ਵਿੱਚ ਵਿਕਾਸ ਨੂੰ ਕੋਈ ਤਰਜੀਹ ਨਹੀਂ ਹੈ। ਇੱਕ ਐਸਾ ਸ਼ਖਸ ਹੀਰੋ ਬਣਾ ਕੇ ਸਰਕਾਰ ਦੇ ਵਿੱਚ ਖੜਾ ਕੀਤਾ ਗਿਆ, ਪੇਸ਼ ਕੀਤਾ ਗਿਆ, ਲੋਕਾਂ ਦੇ ਵਿੱਚ ਪਬਲਿਕ ਫਿਗਰ ਬਣਾਇਆ ਗਿਆ, ਜਿਹਨੂੰ ਮੇਰੇ ਖਿਆਲ ਦੇ ਨਾਲ ਜੇ ਦੇਖੀਏ ਤਾਂ ਸ਼ਾਇਦ ਮੁੱਖ ਮੰਤਰੀ ਦੇ ਰੁਤਬੇ ਤੱਕ ਦੀ ਵੀ ਠੀਕ ਢੰਗ ਨਾਲ ਜੇ ਕਹੀਏ ਕਿ ਉਹਦੀ ਉੱਥੋਂ ਤੱਕ ਵੀ ਸਮਝ ਨਹੀਂ ਬਣ ਰਹੀ, ਪਰ ਉਹ ਬਹੁਲਤਾਵਾਦ ਹੈ। ਅੱਜ ਉਹ ਇਹ ਸਾਡੇ 'ਚ ਨੁਕਸ ਇੱਕ ਬਹੁਲਤਾਵਾਦ ਦਾ ਹੀ ਨਹੀਂ ਹੈ। ਇਸ ਚੀਜ਼ ਨੂੰ ਫੋਲੋ ਕਰਿਓ। ਅਸੀਂ ਸ਼ਖਸੀ ਪੂਜਾ ਵੀ ਬਹੁਤ ਕਰਦੇ ਹਾਂ। ਇਹ ਸ਼ਖਸੀ ਪੂਜਾ ਸਾਡੇ ਪੰਜਾਬੀਆਂ 'ਚ ਵੀ ਕਿਤੇ ਨਾ ਕਿਤੇ ਪਸਰ ਰਹੀ ਹੈ, ਇਹਨੂੰ ਰੋਕਣ ਦੀ ਜ਼ਰੂਰਤ ਆ। ਜਦੋਂ ਤੁਸੀਂ ਸ਼ਖਸੀ ਪੂਜਾ ਚੰਨੇ ਹੋ ਜਾਂਦੇ ਹੋ ਕਿ ਇਹ ਸਾਡੇ ਧਰਮ ਦਾ ਹੀਰੋ ਹੈ, ਇਹ ਬੰਦਾ ਸਾਡੀ ਕਮਿਊਨਿਟੀ ਨੂੰ ਪੂਰੇ ਸੰਸਾਰ ਦੇ ਵਿੱਚ ਜੀ ਬੱਲੇ ਬੱਲੇ ਕਰਾਈ ਬੈਠਾ ਹੈ, ਫਿਰ ਤੁਸੀਂ ਦੂਜੀਆਂ ਚੀਜ਼ਾਂ ਜਿਹੜੀਆਂ ਨਕਾਰਾਤਮਕ ਚੀਜ਼ਾਂ ਇੱਕ ਨਿਊਟਰਲ ਸੋਚ ਦੇ ਤਹਿਤ ਤੁਸੀਂ ਕਰਨੀਆਂ ਹੁੰਦੀਆਂ, ਵੇਖਣੀਆਂ ਹੁੰਦੀਆਂ ਨੇ ਨਾਗਰਿਕ ਦੇ ਤੌਰ ਤੇ ਕਿ ਕੀ ਗਲਤ ਆ। ਜੋ ਗਲਤ ਨੂੰ ਗਲਤ ਕਹਿਣ ਦਾ ਆਪਾਂ ਕਹਿੰਦੇ ਆ ਕਿ ਜੋ ਮਾਦਾ ਹੁੰਦਾ ਸਾਡੇ ਵਿੱਚ, ਸਾਡੇ ਜ਼ਿਹਨ ਦੇ ਵਿੱਚ, ਉਹ ਖਤਮ ਹੋ ਜਾਂਦਾ। ਸੋ ਬਹੁਲਤਾਵਾਦ ਦੇ ਨਾਲ ਦੂਜਾ ਇਸ ਦੇਸ਼ ਦੇ ਵਿੱਚ ਸਭ ਤੋਂ ਖਤਰਨਾਕ ਸਿਧਾਂਤ ਜਿਹੜਾ ਪਸਰ ਰਿਹਾ ਉਹ ਹੈ ਸ਼ਖਸੀ ਪੂਜਾ ਦਾ। ਜੇ ਬਈ ਗੱਲ ਕਰੀਏ, ਲਗਭਗ 4 ਮਹੀਨੇ ਹੋ ਗਏ ਕਿਸਾਨੀ ਘਮੂਲ ਨੂੰ ਚੱਲਦਿਆਂ, ਸੰਘਰਸ਼ ਨੂੰ ਚੱਲਦਿਆਂ। 2 ਮਹੀਨੇ ਪੰਜਾਬ ਦੇ ਵਿੱਚ ਬੈਠੇ ਰਹੇ, 2 ਮਹੀਨੇ ਇੱਥੇ ਹੋ ਗਏ ਨੇ ਲਗਾਤਾਰ। ਇੰਨੀਆਂ ਜਿਹੜੀਆਂ ਨੇ ਸ਼ਹੀਦੀਆਂ ਹੋ ਰਹੀਆਂ ਨੇ ਇੱਥੇ। ਸੰਘਰਸ਼ ਦਾ ਸਵੌਟ ਕੀ ਆ? ਸਟਰੈਂਥ ਦੀ ਗੱਲ ਕਰੀਏ, ਵੀਕਨੈਸ ਦੀ ਗੱਲ ਕਰੀਏ, ਅਪਰਚੂਨਿਟੀ ਦੀ ਗੱਲ ਕਰੀਏ, ਥ੍ਰੈਟ ਦੀ ਗੱਲ ਕਰੀਏ, ਤੁਸੀਂ ਕੀ ਦੇਖਦੇ? ਨਹੀਂ ਦੇਖੋ, ਮੈਂ ਹੁਣ ਇਸ ਸਟੇਜ ਤੋਂ ਕਹਿ ਕੇ ਵੀ ਆਇਆ, ਮੈਂ ਤੁਹਾਨੂੰ ਪ੍ਰਾਪਤੀਆਂ ਗਿਣਾ ਸਕਦਾ ਹੁਣ ਤੱਕ ਦੀਆਂ। ਇਸ ਦੇਸ਼ ਦੇ ਵਿੱਚ ਇੱਕ ਐਸਾ ਮਾਹੌਲ ਬਣਿਆ ਹੋਇਆ ਕਿ ਜਿਹਦੇ ਵਿੱਚ
ਕੁੜੀ ਤੇ ਮੁੰਡਾ ਪੀਜ਼ਾ ਖਾਣ ਜਾਂਦੇ ਨੇ, ਉਹਨਾਂ ਨੂੰ ਚੁੱਕ ਲਿਆ ਜਾਂਦਾ ਕਿ ਲਵ ਜਹਾਦ ਹੈ, ਹਾਲੇ ਮੈਰਿਜ ਵੀ ਨਹੀਂ ਹੋਈ। ਹਿੰਦੂ ਮੁਸਲਿਮ ਦੀ ਲੜਾਈ ਪ੍ਰਾਈਮ ਟਾਈਮ ਦੇ ਵਿੱਚ ਇੱਕ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਪਸਾਰੀ ਜਾਂਦੀ ਹੈ ਜਾਣ ਬੁੱਝ ਕੇ। ਉਹ ਜ਼ਹਿਰ ਸੀਗਾ ਜਿਹੜਾ, ਉਹ ਇਸ ਘੋਲ ਨੇ ਇੱਕੋ ਝਟਕੇ 'ਚ ਚੂਸ ਲਿਆ। ਅੱਜ ਤੁਸੀਂ ਦੇਖੋ ਨਾ, ਮੈਂ ਹੁਣੇ ਮੁਸਲਿਮ ਵੀਰ ਨੂੰ ਮਿਲ ਕੇ ਆਇਆ, ਮਲੇਰਕੋਟਲੇ ਤੋਂ ਆਏ ਹੋਏ ਨੇ, ਮੈਂ ਹਿੰਦੂ ਵੀਰਾਂ ਨਾਲ ਗੱਲਬਾਤ ਕੀਤੀ ਇੱਥੇ, ਹਰਿਆਣੇ ਵਾਲਿਆਂ ਨਾਲ, ਮੈਂ ਤੁਹਾਡੇ ਨਾਲ ਕੱਲ ਮੈਨੂੰ ਮਿਲੇ, ਕੱਲ ਵੀਰ ਕੁਝ ਪੂਨੇ ਤੋਂ ਆਏ ਹੋਏ ਸੀ, ਮਹਾਰਾਸ਼ਟਰ ਦੇਖੋ ਤੋਂ ਵੀ ਆਏ। ਉਹ ਕੀ ਇਹ ਪ੍ਰਾਪਤੀ ਨਹੀਂ, ਜਦ ਡੈਮੋਕ੍ਰੇਸੀ ਕਦਰਾਂ ਕੀਮਤਾਂ ਜਿਹੜੀਆਂ ਸੀਗੀਆਂ ਉਹਦੀਆਂ ਡੈਮੋਕ੍ਰੇਸੀ ਦੀਆਂ, ਉਹ ਛਿੱਕੇ ਤੇ ਟੰਗ ਦਿੱਤੀਆਂ ਗਈਆਂ। ਜਦ ਆਪੋਜੀਸ਼ਨ ਨਿਸਲ ਹੋ ਗਈ, ਜਦੋਂ ਇਸ ਦੇਸ਼ ਦੀਆਂ ਪੋਲੀਟੀਕਲ ਤਨਜ਼ੀਮਾਂ ਸੀਗੀਆਂ ਜਿਹੜੀਆਂ, ਉਹ ਬਿਲਕੁਲ ਨੁਕਰੇ ਲੱਗ ਗਈਆਂ। ਮੀਡੀਆ ਜਦੋਂ ਇੱਕ ਤਰਫਾ ਗੇਮ ਖੇਡਣ ਲੱਗ ਗਿਆ, ਉਸ ਦੌਰ ਦੇ ਵਿੱਚ ਇਹ ਸਭ ਕੁਝ ਹੋ ਜਾਣਾ, ਇਹ ਪ੍ਰਾਪਤੀ ਹੈ। ਸਾਡੀ ਕਲਾ ਜਿਹੜੀ ਨਿਸ਼ਾਨੇ ਤੇ ਸੀਗੀ ਕਿ ਅਸੀਂ ਰੂਸੀ ਸਾਹਿਤ ਵਾਂਗੂ, ਜਾਪਾਨੀ ਸਾਹਿਤ ਵਾਂਗੂ ਅਸੀਂ ਅੱਗੇ ਨਹੀਂ ਵਧ ਰਹੇ, ਉਹ ਸਦੀਆਂ ਦਾ ਇੱਕ ਬਦਲਾਅ ਹੁੰਦਾ ਹੈ। ਉਹ ਜਿਹੜਾ ਚੇਂਜ ਆਉਂਦਾ ਨਾ ਕਲਾ 'ਚ ਜਾਂ ਲੋਕਾਂ ਦੀ ਸੋਚ ਦੇ ਵਿੱਚ ਕਿ ਅਸੀਂ ਕੀ ਸੁਣਨਾ ਹੈ, ਉਹ ਬੌਧਿਕ ਪੱਧਰ ਉਹ ਇੱਕੋ ਝਟਕੇ 'ਚ ਬਦਲ ਦਿੱਤਾ। ਹੁਣ ਕਲਾਕਾਰ ਲੱਕ ਥੋੜੀ ਮਿਲ ਰਹੇ ਇਸ ਟਾਈਮ, ਉਹ ਇਸ ਟਾਈਮ ਉਹ ਆਪਣੀਆਂ ਘੋਲ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਉਹ ਗਿਣ ਰਹੇ ਨੇ। ਇਹ ਸਾਡੀ ਪ੍ਰਾਪਤੀ ਆ। ਇਸ ਤੋਂ ਇਲਾਵਾ ਸਭ ਤੋਂ ਮੂਲ ਜਿਹੜੀ ਮੈਂ ਪ੍ਰਾਪਤੀ ਮੰਨਦਾ ਇਸ ਘੋਲ ਦੀ ਹੁਣ ਤੱਕ ਦੀ, ਕਿ ਦੇਖੋ ਯਾਰ ਗੱਲ ਇਹ ਆ ਕਿ ਐਜੀਟੇਸ਼ਨ ਇਸ ਦੇਸ਼ ਦੇ ਵਿੱਚ ਜਿੱਦਾਂ ਸਪਰੈਸ ਕੀਤੇ ਜਾ ਰਹੇ ਸੀਗੇ, ਜਿੱਦਾਂ ਖਤਮ ਕੀਤੇ ਜਾ ਰਹੇ ਸੀਗੇ, ਔਰ ਐਜੀਟੇਸ਼ਨ ਨਾ ਸਿਰਫ ਇਹਨਾਂ ਲੰਮਾ ਚੱਲਿਆ, ਬਲਕਿ ਇੱਕ ਮਿਸਾਲੀ ਐਜੀਟੇਸ਼ਨ ਹੈ ਜਿਹਦਾ ਮੰਤਵ ਰੋਜ਼ੀ ਰੋਟੀ ਹੈ, ਜਿਹਦੀ ਆਪਣੀ ਲੜਾਈ ਜਿਹੜੀ ਉਹ ਬਾਜ਼ਾਰ ਬਚਾਉਣ ਵਾਸਤੇ ਆ। ਔਰ ਕਮਾਲ ਦੀ ਗੱਲ ਆ ਕਿ ਕਿਸਾਨ ਇਸ ਵੇਲੇ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਵਾਸਤੇ ਵੀ ਲੜ ਰਿਹਾ, ਕਿਸਾਨ ਆਮ ਨਾਗਰਿਕ ਦੀ ਵੀ ਲੜਾਈ ਲੜ ਰਿਹਾ, ਕੰਜ਼ਿਊਮਰ ਦੀ ਵੀ, ਕਿ ਕੱਲ ਨੂੰ ਭਾਈ ਇਹ ਲੋਕ ਜਿਨ੍ਹਾਂ ਨੂੰ ਤੁਸੀਂ ਜ਼ਖੀਰੇਬਾਜ਼ੀ ਦਾ ਲਾਇਸੈਂਸ ਦੇ ਰਹੇ ਹੋ, ਇਹ ਤੁਹਾਨੂੰ ਵਿਕਣੇ ਲਾ ਦੇਣਗੇ, ਵਿਕਣੇ ਤੁਹਾਡੇ ਭਾਂਡੇ ਵਿਕਾ ਦੇਣਗੇ, ਇਹ ਆਪ ਹੀ ਕਿੱਲਤ ਪੈਦਾ ਕਰਨਗੇ, ਆਪ ਹੀ ਉਹਦਾ ਰੇਟ ਚੱਕਣਗੇ, ਇੱਕ ਵੇਲਾ ਹੋਏਗਾ ਆਪ ਹੀ ਉਸ ਰੇਟ ਨੂੰ ਬਹੁਤਾਤ ਕਰਕੇ ਤੋੜ ਦੇਣਗੇ। ਸੋ ਇੱਕ ਨਾਗਰਿਕ ਦੀ ਵੀ ਲੜਾਈ ਲੜ ਰਿਹਾ ਕਿਸਾਨ, ਆਪਣੀ ਅਰਥ ਵਿਵਸਥਾ ਦੀ ਲੜਾਈ ਵੀ ਲੜ ਰਿਹਾ। ਤਾਂ ਦੇਖੋ ਇਹ ਬਹੁਤ ਸਾਰੀਆਂ ਪ੍ਰਾਪਤੀਆਂ ਮੈਂ ਗਿਣਾ ਸਕਦਾ ਕਿ ਯੂਥ ਜਿਹਨੂੰ ਅਸੀਂ ਸੜਕ ਛਾਪ ਕਹਿੰਦੇ ਸੀ, ਜਿਹਨੂੰ ਇਹ ਕਹਿੰਦੇ ਸੀਗੇ ਨਸ਼ਾੜੀ ਸ਼ਬਦ, ਚਲੋ ਉਹ ਤਾਂ ਯੂਜ਼ ਕੀਤਾ ਜਾਂਦਾ ਸੀਗਾ, ਸਾਨੂੰ ਮੰਤਵਹੀਣ ਸਮਝਿਆ ਜਾਂਦਾ ਸੀਗਾ ਕਿ ਇਹ ਮੰਤਵਹੀਣ ਯੂਥ, ਦਿਸ਼ਾਹੀਣ ਹੈ, ਇਹਨਾਂ ਦਾ ਕੋਈ ਮੰਤਵ ਨਹੀਂ ਹੈ, ਇਹਨਾਂ ਦੇ ਅੱਛੇ ਆਈਡੀਅਲ ਨਹੀਂ ਹੈ। ਅੱਜ ਦੇਖੋ ਉਹਨਾਂ ਦੇ ਆਈਡੀਅਲ ਕੌਣ ਹੈ? ਬਾਬਾ ਰੁਲਦਾ ਸਿੰਘ, ਠੀਕ ਹੈ ਨਾ, ਰੁਲਦੂ ਸਿੰਘ ਜੀ ਹੈ, ਰਾਜੇਵਾਲ ਜੀ ਨੂੰ ਫੋਲੋ ਕਰਦੇ ਆ, ਗੁਰਨਾਮ ਸਿੰਘ ਚੜੂਨੀ ਨੂੰ ਫੋਲੋ ਕਰਦੇ ਆ। ਔਰ ਸਭ ਤੋਂ ਵੱਡੀ ਪ੍ਰਾਪਤੀ ਵੀਰ ਮੇਰੇ ਇਹ ਹੈ ਇਸ ਕੋਲ ਦੀ ਕਿ ਇਹਨਾਂ ਨੇ ਰਾਜਨੀਤਿਕ ਧਿਰਾਂ ਨੂੰ ਮੁੱਦੇ ਤੇ ਲਿਆਂਦਾ। ਮੇਰਾ ਆਖਰੀ ਸਵਾਲ ਆ ਬਾਈ, ਮੈਂ ਨਾ ਤੁਹਾਡੀ ਕੋਈ ਇੰਟਰਵਿਊ ਦੇਖ ਰਿਹਾ ਸੀ ਤੇ 26 ਨੂੰ ਲੈ ਕੇ ਚੜੂਨੀ ਸਾਹਿਬ ਵੀ ਗੱਲ ਕਰ ਰਹੇ ਸੀ ਕਿ ਜੇ ਇੰਨੇ ਟਰੈਕਟਰ ਸੱਦ ਰਹੇ ਆਪਾਂ ਤਾਂ ਆਪਾਂ ਧੂਫ ਦੇਣ ਨੂੰ ਨਹੀਂ ਸੱਦ ਰਹੇ, ਕਿ ਐਮਪੀ ਤੇ ਮਾਰਚ ਹੋਇਆ, ਜੇ ਆਪਾਂ ਸ਼ਕਤੀ ਪ੍ਰਦਰਸ਼ਨ ਕਰਨਾ ਸੀਗਾ ਉਦੋਂ ਉੱਥੇ ਹੀ ਕਰ ਲੈਂਦੇ, ਜੇ ਰੋਕਾਂ ਲਾਉਣਗੇ ਤਾਂ ਬੈਰੀਕੇਡ ਤੋੜੇ ਜਾਣ, ਫਾਈਨੈਂਸ਼ੀਅਲੀ ਸੋਰਸ ਦਾ ਵੀ ਨੁਕਸਾਨ ਹੋ ਰਿਹਾ ਪੰਜਾਬ ਦਾ। ਜਦੋਂ ਲੜਾਈ ਜ਼ਿਆਦਾ ਲੰਮੀ ਹੋ ਜਾਂਦੀ ਨੇ, ਜੇ ਆਪਾਂ ਕਹਿ ਲਈਏ ਵੀ ਲੰਮਾ ਸਮਾਂ ਚੱਲੂਗੀ। ਮੈਂ ਉਹਦੇ ਵਿੱਚ ਇੱਕ ਗੱਲ ਕਹੀ ਸੀ, ਉਹ ਕਲਿੱਪ ਕਈ ਵਾਰ ਕੱਟ ਕੇ ਯੂਜ਼ ਕਰ ਲਈ ਜਾਂਦੀ ਹੈ। ਮੇਰੇ ਕਹਿਣ ਦਾ ਮਤਲਬ ਸੀ ਕਿ ਤੁਸੀਂ ਲੀਡਰ ਲੋਕ ਹੋ ਜਿਹੜੇ, ਤੁਸੀਂ ਪਹਿਲਾਂ ਬੈਠ ਕੇ ਵਿਚਾਰ ਕਰ ਲਓ ਰਣਨੀਤਿਕ। ਇੱਕ ਸਵਾਲ ਹੈ, ਮੇਰਾ ਨੁਕਤਾ, ਮੇਰੀ ਚੜੂਨੀ ਸਾਹਿਬ ਨਾਲ ਗੱਲ ਹੋਈ, ਚੜੂਨੀ ਸਾਹਿਬ ਕਹਿੰਦੇ ਸਾਡਾ ਹਲੇ ਕੋਈ ਤਾਲਮੇਲ ਨਹੀਂ ਬਣਿਆ ਵੀ 26 ਨੂੰ ਪ੍ਰੋਗਰਾਮ ਕੀ ਦੇਣਾ। ਕੋਈ ਨਿੱਜੀ ਫੂਲ ਜੀ ਕਹਿ ਰਹੇ ਨੇ ਕਿ ਰਾਜੇਵਾਲ ਸਾਹਿਬ ਦਾ ਨਿੱਜੀ ਬਿਆਨ ਹੋ ਸਕਦਾ, ਪੰਜਾਬ ਸੰਘਰਸ਼ ਕਮੇਟੀ ਵੀ ਇਹੀ ਕਹਿ ਰਹੀ ਹੈ। ਸਾਡਾ ਵੀ ਕਹਿਣਾ ਇਹ ਸੀਗਾ ਕਿ ਜਦ ਤੁਹਾਡੇ ਤਾਲਮੇਲ 'ਚ ਕਿਤੇ ਗੜਬੜੀ ਆਉਂਦੀ ਆ ਤਾਂ ਉਹਦਾ ਮੈਸੇਜ ਬਹੁਤ ਨੈਗੇਟਿਵ ਜਾਂਦਾ, ਜਿਹਨੂੰ ਆਈਟੀ ਸੈੱਲ ਵਾਲੇ ਕੈਸ਼ ਕਰਦੇ ਆ। ਤਾਂ ਤੁਸੀਂ ਪਹਿਲਾਂ ਪਲੈਨਿੰਗ ਕਰ ਲਓ ਔਰ ਉਸ ਤੋਂ ਬਾਅਦ, ਕਿਉਂਕਿ ਦੇਖੋ ਜਿਹੜੀ ਸਾਡੀ ਮੈਨ ਪਾਵਰ ਹੈ ਜਾਂ ਸਾਡਾ ਜਿਹੜਾ ਪੈਸਾ ਧੇਲਾ ਹੈ, ਕਿਉਂਕਿ ਇਹਦੇ ਤੇ ਖਰਚਾ ਆ ਰਿਹਾ ਨਾ ਐਜੀਟੇਸ਼ਨ ਤੇ, ਕਿਉਂਕਿ ਉਹਨਾਂ ਚੀਜ਼ਾਂ ਨੂੰ ਵੇਸਟ ਨਾ ਹੋਣ ਦਿੱਤਾ ਜਾਵੇ। ਸੋ ਇਸ ਕਰਕੇ ਅਸੀਂ ਦੇਖੋ ਇਹ ਲੋਕ ਜਿਹੜੇ ਆ, ਮੌਜ਼ਜ਼ ਲੋਕ ਜਿਹੜੇ ਆ, ਮੇਰੇ ਲਈ ਤਾਂ ਉਹ ਪੂਜਣਯੋਗ ਨੇ, ਚਾਹੇ ਰਾਜੇਵਾਲ ਸਾਹਿਬ ਹੋਣ, ਚਾਹੇ ਚੜੂਨੀ ਸਾਹਿਬ ਹੋਣ, ਚਾਹੇ ਉਹਨਾਂ ਦੇ ਵਿਚਾਰਕ ਮਤਭੇਦ ਹੈ। ਮੈਂ ਬਤੌਰ ਪੱਤਰਕਾਰ ਹੋ ਸਕਦਾ ਮੈਂ ਕ੍ਰਿਟੀਸਾਈਜ਼ ਵੀ ਕਰ ਦੇਵਾਂ, ਪਰ ਮੇਰੇ ਲਈ ਉਹ ਪੂਜਣਯੋਗ ਲੋਕ ਨੇ। ਬਸ ਇਹੋ ਹੈ ਕਿ ਉਹਨਾਂ ਤੇ ਛੱਡ ਦਈਏ, ਜੇ ਕਿਤੇ ਤਾਲਮੇਲ ਦੀ ਗੜਬੜੀ ਵੀ ਹੋਈ ਆ ਉਹ ਪ੍ਰੋਗਰਾਮ ਦੇਣ ਜਲਦੀ ਤੋਂ ਜਲਦੀ, ਉਮੀਦ ਕਰਦੇ ਇੱਕ ਵਧੀਆ ਪ੍ਰੋਗਰਾਮ ਦਿੱਤਾ ਜਾਊਗਾ। ਪਰ ਜਦੋਂ ਇੱਕ ਮੇਰਾ ਆਖਰੀ ਸਵਾਲ ਆ ਜੀ, ਹੁਣ ਪੰਜਾਬ ਦੇ ਜਦੋਂ ਇੰਨੇ ਲੋਕਾਂ ਤੇ, ਪੰਥਕ ਲੋਕਾਂ ਤੇ ਵੀ ਯੂਆਪਾ ਲਾਇਆ ਜਾਂਦਾ, ਨੋਟਿਸ ਭੇਜਿਆ ਜਾਂਦਾ, ਇੱਕੋ ਕੇਸ ਸਾਰਿਆਂ ਨੂੰ 40 ਨੰਬਰ ਕੇਸ ਦੇ ਵਿੱਚ ਜਿਹੜਾ ਸੱਦਿਆ ਗਿਆ, SFJ ਵਾਲਾ ਕੇਸ ਆ, ਤੁਹਾਨੂੰ ਵੀ ਪਤਾ ਹੋਣਾ, ਉਹ ਜਿਹੜਾ ਰੈਫਰੈਂਡਮ 2020 ਵਾਲਾ ਕੇਸ ਆ, ਉਹਦੇ ਵਿੱਚ ਸਾਰਿਆਂ ਨੂੰ ਜਿਹੜਾ ਆ ਨੋਟਿਸ ਭੇਜੇ ਗਏ ਨੇ। ਜਦੋਂ ਪੱਤਰਕਾਰਾਂ ਤੇ ਵੀ, ਜਸਵੀਰ KTV ਉਹਨਾਂ ਤੇ, ਬਲਤੇਜ ਪੰਨੂ ਹੋਰਾਂ ਤੇ ਵੀ ਨੋਟਿਸ ਜਿਹੜੇ ਆ ਇਹਨਾਂ ਸਾਰਿਆਂ ਨੂੰ ਭੇਜੇ ਗਏ ਨੇ, ਤਾਂ ਪੰਜਾਬ 26 ਨੂੰ ਆ ਰਿਹਾ ਹੈ। ਪੰਜਾਬ ਦਾ ਕਿਤੇ ਨਾ ਕਿਤੇ ਜਸਵੀਰ ਸਿੰਘ ਰੋਡੇ ਹੋਰਾਂ ਨਾਲ ਮੇਰੀ ਕੱਲ ਗੱਲਬਾਤ ਜਿਹੜੀ ਆ ਹੋਈ ਆ, ਉਹ ਕਹ ਰਹੇ ਵੀ ਜਿਹੜਾ 30 ਸਾਲ ਜਾਂ 40 ਸਾਲ ਪਿਛਲਾ ਇਤਿਹਾਸ ਆ ਨਾ,
ਕਿਤੇ ਨਾ ਕਿਤੇ ਸੈਂਟਰ ਫੇਰ ਉਹ ਦਰਾ ਰਿਹਾ, ਸਟੇਟ ਉਸ ਨੂੰ ਦੁਹਰਾ ਰਹੀ ਹੈ। ਨਹੀਂ ਦੇਖੋ, ਸਟੇਟ ਹਟੀ ਕਦੋਂ ਸੀ, ਕਿਸ ਦੌਰ ਦੇ ਵਿੱਚ ਹਟੀ ਸੀਗੀ? ਸਟੇਟ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਤਾਂ ਹਮੇਸ਼ਾ ਹੱਕ ਹਕੂਕ ਸੀ ਜਿਹੜੇ ਉਹ ਤਾਕ ਤੇ ਰੱਖਦੀ ਰਹੀ ਹੈ। ਸਾਡਾ ਪਾਣੀ ਦਾ ਮਸਲਾ ਉਹ 2000 ਤੋਂ ਚੱਲ ਰਿਹਾ, ਸਾਡਾ ਡਰੱਗ ਦਾ ਮਸਲਾ ਸੀ, ਸਾਨੂੰ ਕੱਲਿਆਂ ਛੱਡ ਦਿੱਤਾ ਗਿਆ, ਅਸੀਂ ਉਹ ਲੜਾਈ ਲੜੀ ਹੈ। ਅੱਜ ਸਾਡੇ ਯੂਥ ਦੇ ਵਿੱਚੋਂ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਚੰਗੀ ਦਿਸ਼ਾ ਵੱਲ ਜਾ ਰਹੇ ਆ। ਹੌਲੀ ਹੌਲੀ ਅਸੀਂ ਇਹ ਲੜਾਈ ਵੀ ਜਿੱਤਾਂਗੇ। ਮੇਰੇ ਕਹਿਣ ਦਾ ਮਤਲਬ ਉਹ ਉਸ ਮੌਕੇ ਤੇ ਵੀ ਸਾਨੂੰ ਕੱਲਿਆਂ ਛੱਡ ਦਿੱਤਾ ਗਿਆ। ਆ ਖੇਤੀ ਵਾਲਾ ਮਸਲਾ ਜਿਹੜਾ, ਇਹਦੇ ਤੇ ਵੀ ਸਾਨੂੰ ਕੱਲਿਆਂ ਛੱਡ ਦਿੱਤਾ ਗਿਆ। ਸਟੇਟ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਹਿਸਾਸ ਕਰਵਾਉਂਦੀ ਰਹਿੰਦੀ ਹੈ। ਸੋ ਇਹ ਬਹੁਤ ਮਾੜੀ ਗੱਲ ਆ ਕਿ ਜਿਸ ਸਟੇਟ ਦੇ ਵਿੱਚੋਂ, ਜਿਸ ਕੌਮ ਦੇ ਵਿੱਚੋਂ, ਜਿਸ ਖਿੱਤੇ ਦੇ ਵਿੱਚੋਂ ਇੰਨੇ ਨਾਇਕ ਪੈਦਾ ਹੋਏ ਆ, ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਆ, ਤੁਸੀਂ ਇਹ ਹਕੂਮਤਾਂ ਤੱਕ ਪਹੁੰਚੇ ਹੋ, ਤੁਹਾਨੂੰ ਉਹ ਰਸਤਾ ਤੈਅ ਕਰਕੇ ਜਿਹੜਾ ਇੱਥੋਂ ਤੱਕ ਪਹੁੰਚਾਇਆ, ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ। ਤੁਹਾਨੂੰ ਭੁੱਖਿਆਂ ਨੂੰ ਜਦੋਂ ਤੁਸੀਂ ਠੂਠਾ ਫੜ ਕੇ ਅਮਰੀਕਾ ਤੋਂ ਮੰਗ ਰਹੇ ਸੀਗੇ 61 'ਚ, ਉਹਨਾਂ ਨੇ ਇਨਕਾਰ ਕਰ ਦਿੱਤਾ ਸੀਗਾ। ਤੁਹਾਨੂੰ ਆਤਮ ਨਿਰਭਰ ਤੁਸੀਂ ਨਾਰਾ ਹੁਣ ਦੇ ਰਹੇ ਹੋ, ਇਹਨਾਂ ਨੇ ਤੁਹਾਨੂੰ ਅੱਜ ਤੋਂ 40 ਸਾਲ ਪਹਿਲਾਂ ਆਤਮ ਨਿਰਭਰ ਬਣਾ ਦਿੱਤਾ। ਉਹਨਾਂ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਮੈਂ ਕਹੂੰ ਨਜਾਇਜ਼ ਨੇ। ਜੋ ਵੀ ਇਹ ਸਰਕਾਰ ਸਪਰੈਸ ਕਰਨ ਦਾ ਯਤਨ ਕਰ ਰਹੀ, ਹੋ ਸਕਦਾ ਕੱਲ ਨੂੰ ਤੁਹਾਡੀ ਵਾਰੀ ਆ ਜਾਵੇ, ਮੇਰੀ ਵਾਰੀ ਆ ਜਾਵੇ, ਤਾਂ ਸਾਨੂੰ ਸਭ ਨੂੰ ਵਿਰੋਧ ਕਰਨਾ ਚਾਹੀਦਾ। ਭਾਈ ਭਰਪੂਰ ਸਿੰਘ ਬਲਵੀਰ ਹੋਰਾਂ ਦੀ ਇੱਕ ਤਕਰੀਰ ਚੱਲ ਰਹੀ ਹੈ ਮੂਸੇ ਵਾਲੇ ਦੇ ਗਾਣੇ ਦੇ ਵਿੱਚ, ਹੁਣ ਲੱਗੀ ਸੀ ਥੋੜੇ ਦਿਨ ਪਹਿਲਾਂ। ਉਹ ਮੈਂ ਸਾਰਾ ਉਹ ਲੈਕਚਰ ਸੁਣਿਆ, ਉਹ ਧਰਮ ਯੁੱਧ ਮੋਰਚੇ ਵੇਲੇ ਦਾ ਲੈਕਚਰ ਆ। ਉਹ ਕਹਿ ਰਹੇ ਸੀ ਵੀ ਜੇ ਤੁਸੀਂ ਨਾਲ ਅਗਾ ਰਹੇ ਹੋ ਦੇਸ਼ ਲਈ, ਅਗਾਈ ਜਾਓ, ਸਟੇਟ ਨੂੰ ਕੀ ਫਰਕ ਪੈਂਦਾ? ਤੁਸੀਂ ਬਾਰਡਰਾਂ ਤੇ ਰਾਖੀ ਕਰ ਰਹੇ ਹੋ, ਸਟੇਟ ਨੂੰ ਕੁਝ ਫਰਕ ਨਹੀਂ ਪੈਂਦਾ। ਵੀ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਆ ਵੀ ਮਾਈਨੋਰਿਟੀ ਨਾਲ ਧੱਕਾ ਹੁੰਦਾ ਸੀ, ਹੁੰਦਾ ਰਹੂਗਾ। ਨਹੀਂ ਦੇਖੋ, ਮਾਈਨੋਰਿਟੀ ਦਾ ਨਾਲ ਹੋਣਾ ਨਹੀਂ ਨਾ ਚਾਹੀਦਾ, ਫਿਰ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਖਤਮ ਹੋ ਜਾਣਗੀਆਂ। ਲੋਕ ਤਾਂ ਕਹਿ ਰਹੇ ਨੇ ਵੀ ਇਹ ਡਿਕਟੇਟਰਸ਼ਿਪ ਆ। ਦੇਖੋ, ਹਾਲੇ ਤਾਂ ਨਹੀਂ ਕਹਿ ਸਕਦੇ ਆਪਾਂ। ਜੇ ਮੈਂ ਬੋਲ ਰਿਹਾ ਤੇ ਹਾਲੇ ਤੇ ਮੈਨੂੰ ਤਾਂ ਨਹੀਂ ਲੱਗਦਾ। ਜੇ ਮੈਨੂੰ ਚੁੱਪ ਕਰਾ ਦਿੱਤਾ ਜਾਂਦਾ ਤਾਂ ਮੇਰੇ ਲਈ ਹੈ। ਤੁਸੀਂ ਖੁਦ ਕਿਹਾ ਵੀ ਮੈਂ ਹੁਣ ਜੇ ਬਾਹਰ ਜਾਣਾ ਤਾਂ ਉਹੀ ਹੈ ਨਾ ਕਿ ਆਪਾਂ ਕਹਿ ਨਹੀਂ ਸਕਦੇ ਕਿ ਡਿਕਟੇਟਰਸ਼ਿਪ ਆ ਗਈ ਆ, ਪਰ ਅਣਐਲਾਨੀ ਤਾਂ ਕਈ ਵਾਰ ਤੁਹਾਨੂੰ ਦਿਸਦੀ ਹੈ ਨਾ, ਇਨਵਿਜ਼ੀਬਲ। ਹਾਂ, ਉਹ ਤਾਂ ਜਦੋਂ ਤੁਹਾਡਾ ਸਾਰੇ ਨਾਗਰਿਕਾਂ ਦਾ ਡਾਟਾ ਇਕੱਠਾ ਕਰ ਲਿਆ ਜਾਂਦਾ ਹੈ, ਠੀਕ ਹੈ, ਸਰਵੀਲੈਂਸ ਤੇ ਲਾ ਦਿੱਤਾ ਜਾਂਦਾ, ਤੁਹਾਨੂੰ ਜਸੂਸੀ ਕਾਂਡ ਵਾਪਰ ਜਾਂਦਾ WhatsApp ਦਾ, ਤੁਹਾਡੇ ਵੱਡੇ ਵੱਡੇ ਇੰਟੈਲੈਕਚੁਅਲ ਲੋਕ ਜਿਹੜੇ ਆ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਕਿਤੇ ਨਾ ਕਿਤੇ, ਠੀਕ ਹੈ, ਜਿਹੜਾ ਕੋਈ ਕਾਨੂੰਨੀ ਲੜਾਈ ਲੜਦਾ ਉਹਨਾਂ ਦੇ ਹੱਕਾਂ 'ਚ ਉਹਨਾਂ ਨੂੰ ਕੀਤਾ ਜਾਂਦਾ। ਤਾਂ ਅਣਐਲਾਨੀ ਚੀਜ਼ ਤਾਂ ਹੈ, ਪਰ ਇਹ ਐਲਾਨੀਆਂ ਨਾ ਹੋ ਜਾਵੇ, ਇਹਦੇ ਵਾਸਤੇ ਰਲ ਕੇ ਲੜਨ ਦੀ ਜ਼ਰੂਰਤ ਹੈ। ਹਰੇਕ ਨਾਗਰਿਕ ਨੂੰ ਆਪਣੀ ਜਿਹੜੀ ਨਿੱਜੀ ਤਰਜੀਹ ਹੁੰਦੀ ਹੈ, ਚਾਹੇ ਉਹ ਮਜ਼ਹਬ ਦੀ ਹੋਵੇ, ਚਾਹੇ ਉਹ ਆਪਣੀ ਜ਼ਾਤੀ ਹੋਵੇ, ਉਹਨਾਂ ਚੀਜ਼ਾਂ ਤੋਂ ਉੱਤੇ ਉੱਠ ਕੇ ਸੋਚਣ ਦੀ ਜ਼ਰੂਰਤ ਹੈ। ਇਹ ਲੜਾਈ ਜਿਹੜੀ ਹੈ, ਮੈਂ ਜਿਵੇਂ ਕਿਹਾ ਕਿ ਸਿਆਸੀ ਲੜਾਈ, ਨਾਗਰਿਕ ਦੀ ਲੜਾਈ, ਡੈਮੋਕ੍ਰੇਸੀ ਦੀ ਲੜਾਈ, ਇਹ ਕਿਸਾਨ ਲੜ ਰਿਹਾ, ਜਦ ਕਿ ਤੁਹਾਨੂੰ ਸਾਥ ਦੇਣਾ ਚਾਹੀਦਾ ਸੀ। ਤੁਸੀਂ ਇਹਨੂੰ ਬਦਨਾਮ ਕਰਦੇ ਹੋ, ਕਦੇ ਖਾਲਿਸਤਾਨੀ, ਕਦੇ ਫਲਾਂ, ਕਦੇ ਫਲਾਂ। ਸੋ ਗੱਲ ਇਹ ਆ ਕਿ ਇਸ ਵੇਲੇ ਜੋ ਸਰਕਾਰ ਜਿਸ ਦਿਸ਼ਾ 'ਚ ਚੱਲ ਰਹੀ ਹੈ, ਉਹ ਦਿਸ਼ਾ ਨੂੰ ਸਮਝਣ ਦੀ ਜ਼ਰੂਰਤ ਹੈ। ਸਾਡੇ ਕੋਲ ਲੈਂਡ ਤਾਂ 1.5% ਹੈ, ਫੋਲੋ ਕਰੋ। ਸਾਡੇ ਪੰਜਾਬ ਕੋਲ 1.5% ਹੈ ਤੇ 98.5% ਕਿਹਦੇ ਕੋਲ ਹੈ? ਉਹਨਾਂ ਕੋਲ ਜਿਨ੍ਹਾਂ ਦਾ ਇਹ ਹੀਰੋ ਹੈ, ਬੋਲਤਾਬਾਦ। ਉਹੀ ਗੱਲ ਆ ਗਈ, ਉਹਨਾਂ ਨੂੰ ਸੋਚਣਾ ਚਾਹੀਦਾ ਧੀਰਜ ਨਾਲ। ਅੱਜ ਇਹਨਾਂ ਦੀ ਵਾਰੀ ਹੈ, ਕੱਲ ਨੂੰ ਤੁਹਾਡੀ ਆ ਜਾਊਗੀ। ਲੈਂਡ ਜ਼ਿਆਦਾ ਤਾਂ ਤੁਹਾਡੀ ਜਿਹੜੀ ਹੈ ਉਹ ਤੁਹਾਡੇ ਖੰਭਾਂ ਹੇਠੋਂ ਲਿਜਾਣੀ ਹੈ। ਬਹੁਤ ਬਹੁਤ ਧੰਨਵਾਦ ਬਾਈ। ਧੰਨਵਾਦ। ਤਾਂ ਇਹ ਸੀਗੇ ਕਿ ਪੱਤਰਕਾਰ ਬਾਈ ਮਿੰਟੂ ਗੁਰੂਸਰੀਆ ਜੀ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ। ਬਾਈ ਹੋਰਾਂ ਦਾ ਕਹਿਣਾ ਹੈ ਕਿ ਜਿਹੜੀ ਬਹੁਲਤਾਵਾਦ ਦੀ ਨੀਤੀ ਹੈ, ਮੈਜੋਰਿਟੀ ਦੀ ਜਿਹੜੀ ਨੀਤੀ ਹੈ, ਸੈਂਟਰ ਸਰਕਾਰ ਜਿਹੜੀ ਆ ਅਪਣਾਉਂਦੀ ਆਈ ਆ ਪਿਛਲੇ ਲੰਮੇ ਸਮੇਂ ਤੋਂ, ਮੈਜੋਰਿਟੀ ਦੀਆਂ ਵੋਟਾਂ ਲੈ ਕੇ ਸਰਕਾਰ ਬਣਾਉਂਦੀ ਆਈ ਹੈ, ਮਾਈਨੋਰਿਟੀ ਦੇ ਨਾਲ ਲਗਾਤਾਰ ਧੱਕਾ ਹੁੰਦਾ ਆਇਆ। ਅੱਜ ਉਸ ਚੀਜ਼ ਨੂੰ ਸਮਝਣ ਦੀ ਲੋੜ ਹੈ, ਉਸ ਚੀਜ਼ ਨੂੰ ਵੇਖਣ ਦੀ ਲੋੜ ਹੈ। ਤੇ ਜਿਹੜੀ ਮੈਜੋਰਿਟੀ ਜਿਹੜੀ ਵੋਟ ਹੈ, ਚਾਹੇ ਮੈਜੋਰਿਟੀ ਦੇ ਵਿੱਚ ਲੋਕ ਨੇ ਜਿਹੜੇ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ ਨੇ, ਜਿਹੜੇ ਗੱਲ ਕਰੀਏ ਜੀ ਅਸੀਂ RSS ਦੇ ਜਿਹੜੇ ਮੁਖੀ ਨੇ ਉਹ ਗੱਲਾਂ ਕਰਦੇ ਨੇ, ਇੱਥੇ ਗੱਲਾਂ ਹੁੰਦੀਆਂ ਨੇ, ਤਾਂ ਉਸ ਜਿਹੜੀ ਮੈਜੋਰਿਟੀ ਵੋਟ ਵੀ ਆ ਉਹ ਵੀ ਇਹਨਾਂ ਸੰਘਰਸ਼ ਦੇ ਵਿੱਚ ਆ ਕੇ ਖੜ ਰਹੀ ਹੈ, ਇਹਨਾਂ ਲੋਕਾਂ ਦੇ ਨਾਲ ਆ ਕੇ ਖੜ ਰਹੀ ਹੈ। ਇਹੀ ਸੰਘਰਸ਼ ਦਾ ਸਵੋਟ ਆ। ਕੈਮਰਾਮੈਨ ਕਮਲ ਦੇ ਨਾਲ ਮੈਂ ਸਿਮਰਨਜੀਤ ਸਿੰਘ, ਸਿਮਰਾ ਔਨ 에ਅਰ ਚੈਨਲ, ਸਿੰਘੂ ਬਾਰਡਰ।